मैं हरसिमरत सिंह ਲੈਕਚਰਰ ਕੰਪਿਊਟਰ ਇੰਜੀਨੀਅਰਿੰਗ ਇੱਕ ਵਾਰ ਫਿਰ ਤੋਂ ਸਾਰੇ ਵਿਊਅਰਸ ਦਾ ਸਵਾਗਤ ਕਰਦਾ। ਸੋ ਜੋ ਅੱਜ ਆਪਾਂ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ ਉਹ ਹੈ ਪਿਨ ਡਾਇਗਰਾਮ ਆਫ ਇੰਟਲ 8085। ਇਹ ਜਿਹੜਾ ਟੌਪਿਕ ਹੈ, ਇਹ ਜਿਹੜਾ ਅੱਜ ਦਾ ਸਾਡਾ ਡਿਸਕਸ ਕਰਨ ਦਾ ਵਿਸ਼ਾ ਹੈ, ਇਹ ਆਲਮੋਸਟ ਹਰ ਵਾਰੀ ਪੇਪਰ ਦੇ ਵਿੱਚ ਆਉਂਦਾ, ਬੜਾ ਹੀ ਇੰਪੋਰਟੈਂਟ ਕੁਐਸਚਨ ਹੈਗਾ। ਸੋ ਆਪਾਂ ਡਿਸਕਸ ਕਰਦੇ ਹਾਂ। ਆਪਾਂ ਰਿਵਿਊ ਥੋੜਾ ਜਿਹਾ ਲੈ ਲਈਏ, ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਇਹਦੇ ਬਾਰੇ। ਤੋ 8085 ਜਿਹੜਾ 8 ਬਿਟ ਮਾਈਕਰੋ ਪ੍ਰੋਸੈਸਰ ਹੈਗਾ, 8 ਬਿਟ ਮਾਈਕਰੋ ਪ੍ਰੋਸੈਸਰ ਦਾ ਮਤਲਬ ਇਹ ਹੈਗਾ ਕਿ ਇਹ 1 ਸੈਕਿੰਡ ਦੇ ਵਿੱਚ 8 ਬਿਟਸ ਨੂੰ ਪ੍ਰੋਸੈਸ ਕਰਨ ਦੀ ਕੈਪੈਸਿਟੀ ਰੱਖਦਾ। ਇਹਦੀਆਂ ਡਾਟਾ ਲਾਈਨਸ 8 ਨੇ ਐਂਡ ਐਡਰੈਸ ਬਿਟ ਜਿਹੜੀਆਂ ਹੈਗੀਆਂ, ਯਾਨੀ ਐਡਰੈਸ ਪਿਨ 16 ਹੈਗੀਆਂ ਐਂਡ ਇਹਦੀ ਜਿਹੜੀ ਮੈਮਰੀ ਹੈਗੀ ਆ ਉਹ 64 KB ਅਪਰੋਕਸੀਮੇਟਲੀ ਹੈਗੀ ਹੈ ਐਂਡ 40 ਪਿਨ ਦਾ ਇਹ IC ਹੈ। तो ਆਪਾਂ ਡਾਇਗਰਾਮ 'ਚ ਦੇਖ ਸਕਦੇ ਹਾਂ ਕਿ ਡਿਫਰੈਂਟ 40 ਪਿਨਸ ਨੇ ਇਹਦੀਆਂ। ਸਾਰੀਆਂ ਪਿਨਸ ਨੂੰ ਵੰਡਿਆ ਹੋਇਆ ਹੈਗਾ ਡਿਫਰੈਂਟ ਸੈਕਸ਼ਨ ਦੇ ਵਿੱਚ। ਕ੍ਰਿਸਟਲ ਇਨਪੁਟ ਸੈਕਸ਼ਨ ਹੈਗਾ, सीरियल इनपुट आउटपुट सेक्शन है, इंटरप्ट सेक्शन हैगा, एड्रेस डाटा बस सेक्शन है, टाइमिंग सेक्शन है, टाइमिंग एंड कंट्रोल सिग्नल सेक्शन सॉरी, दैन एड्रेस बस सेक्शन हैगा। सो डिफरेंट सेक्शन दे विच वंड लिया वो डिस्कस करते हैं। हुण एज आई टोल्ड कि देखो 40 पिन्स ने, हर पिन का आपो अपना काम हैगा। तो सब तो जिहड़ियां पहलियां 2 पिन्स हैगियां वो X1 एंड X2 हैगियां। ਇਹ ਕ੍ਰਿਸਟਲ ਔਸੀਲੇਟਰ ਇਨਪੁਟ ਪਿਨਸ ਨੇ। ਦੇਖੋ ਹਰ ਇੱਕ ਡਿਵਾਈਸ ਨੂੰ ਚੱਲਣ ਵਾਸਤੇ ਇੱਕ ਕਲੌਕ ਸਿਗਨਲ ਦੀ ਲੋੜ ਹੁੰਦੀ ਹੈ। ਤਾਂ 8085 ਵੀ ਕਲੌਕ ਦੇ ਨਾਲ ਚੱਲਦਾ ਹੈਗਾ। ਤੁਸੀਂ ਇਹਨਾਂ ਦੀ ਡਾਇਰੈਕਸ਼ਨਸ ਦੇਖ ਸਕਦੇ ਹੋ। ਥੀਸ ਆਰ ਇਨਪੁਟ ਪਿਨਸ, ਥੀਸ ਆਰ ਇਨਪੁਟ ਟੂਵਰਡਸ ਦਾ ਮਾਈਕਰੋ ਪ੍ਰੋਸੈਸਰ। ਸੋ ਇਹ ਐਜ਼ ਇਨਪੁਟ ਕੰਮ ਕਰਦੀਆਂ ਐਂਡ ਕਲੌਕ ਪਲਸ ਜਨਰੇਟ ਹੁੰਦੀ ਹੈ। ਉਸ ਤੋਂ ਬਾਅਦ ਹੈਗਾ ਰੀਸੈਟ ਇਨ ਐਂਡ ਰੀਸੈਟ ਆਊਟ ਪਿਨ। ਰੀਸੈਟ ਇਨ ਐਂਡ ਰੀਸੈਟ ਆਊਟ, ਵਟ ਇਜ਼ ਮੀਨਿੰਗ ਆਫ ਬੇਸਿਕਲੀ ਰੀਸੈਟ। ਰੀਸੈਟ ਤੋਂ ਸਾਡਾ ਸਿੱਧਾ ਹੀ ਮਤਲਬ ਹੈਗਾ, ਆਪਾਂ ਇਹਨੂੰ ਡਿਸਕਸ ਕਰਨ ਤੋਂ ਪਹਿਲਾਂ ਰੀਸੈਟ ਦਾ ਮਤਲਬ ਕੀ ਹੁੰਦਾ। ਰੀਸੈਟ ਮਤਲਬ ਕਿਸੇ ਡਿਵਾਈਸ ਨੂੰ ਜਦੋਂ ਅਸੀਂ ਇਨੀਸ਼ੀਅਲ ਪੋਜੀਸ਼ਨ 'ਤੇ ਲੈ ਕੇ ਆਉਂਦੇ ਹਾਂ ਜਾਂ ਕਹਿ ਲਓ ਕਿ ਉਹਦੇ ਕਾਊਂਟਰਸ ਕਲੀਅਰ ਕਰ ਦਿੰਦੇ ਹਾਂ ਤਾਂ ਉਹ ਦੈਟ ਇਜ਼ ਕਾਲਡ ਰੀਸੈਟ। ਹੁਣ केस ऑफ 8085 2 पिन्स ने, रीसैट इन एंड रीसैट आउट। तो रीसैट इन अगर असीं देखिए तो इट इज़ इनपुट सिग्नल। इनपुट मतलब टूवर्ड्स माइक्रो प्रोसैसर जा रहा है, तो इसका मतलब है कि दिस इज़ यूज टू रीसैट द माइक्रो प्रोसैसर। अगर जो भी ये रीसैट पिन अनेबल होगी, बेसिकली एक्टिव लो सिग्नल है ये, जो ही अनेबल हो जूगी ये, जो ही काम करेगी नाल दी नाल ही जिहड़ा साडा माइक्रो प्रोसैसर हैगा वो रीसैट हो जाएगा। ਹੁਣ ਰੀਸੈਟ ਨਾਲ ਕੀ ਹੋਏਗਾ, ਪ੍ਰੋਗਰਾਮ ਕਾਊਂਟਰ ਤੇ ਇੰਸਟਰਕਸ਼ਨ ਰਜਿਸਟਰ ਦੇ ਕੰਟੈਂਟਸ ਜਿਹੜੇ ਹੈਗੇ ਉਹ ਕਲੀਅਰ ਹੋ ਜਾਣਗੇ, ਸਾਰੇ ਇੰਟਰਪਟ ਡਿਸੇਬਲ ਹੋ ਜਾਣਗੇ ਸਵਾਏ ਟਰੈਪ ਦੇ। SOD ਜਿਹੜੀ ਪਿਨ ਹੈਗੀ ਹੈ ਉਹ ਵੀ ਡਿਸੇਬਲ ਹੋ ਜਾਏਗੀ। ਉਸ ਤੋਂ ਬਾਅਦ ਅਗਰ ਗੱਲ ਕਰੀਏ ਰੀਸੈਟ ਆਊਟ ਦੀ, ਤਾਂ ਰੀਸੈਟ ਆਊਟ ਜਿਹੜਾ ਹੈਗਾ ਇਹ ਆਊਟਪੁੱਟ ਸਿਗਨਲ ਹੈਗਾ। ਦੇਖੋ दिस इज़ आउटपुट सिग्नल। ये की करेगा, ਜਿਹੜੀਆਂ ਮਾਈਕਰੋ ਪ੍ਰੋਸੈਸਰ ਦੇ ਨਾਲ ਪੈਰੀਫेरल ਡਿਵਾਈਸਿਸ ਅਟੈਚਡ ਹੈਗੀਆਂ, ਅਗਰ ਉਹਨਾਂ ਨੂੰ ਰੀਸੈਟ ਕਰਨਾ ਤਾਂ ਉਸ ਟਾਈਮ ਅਸੀਂ ਜਿਹੜਾ ਇਸ ਪਿਨ ਦੇ ਉੱਤੇ ਦੇਖਾਂਗੇ ਕਿ ਇਹ ਸਿਗਨਲ ਜਿਹੜਾ ਇਹ ਬੇਸਿਕਲੀ ਜਿਹੜਾ ਸਿਗਨਲ ਆਊਟਪੁੱਟ ਸਿਗਨਲ ਹੈਗਾ ਇਹ ਐਕਟਿਵ ਹੋਇਆ ਹੋਇਆ, ਇਹ ਐਕਟਿਵ ਹਾਈ ਸਿਗਨਲ ਹੈ। ਇਹਦੀ ਵੈਲਿਊ 1 ਹੋਏਗੀ, ਦੈਟ ਮੀਨਸ ਜਿਹੜੀ ਸਾਡੀਆਂ ਪੈਰੀਫेरल्स ਨੇ ਉਹ ਰੀਸੈਟ ਹੋ ਜਾਣਗੀਆਂ। ਉਸ ਤੋਂ ਬਾਅਦ ਹੈਗਾ SID ਐਂਡ SOD। ਸੋ ਕੁਛ ਡਿਵਾਈਸਿਸ ਅਜਿਹੀਆਂ ਹੋ ਸਕਦੀਆਂ, ਕੁਛ ਪੈਰੀਫेरल्स ਅਜਿਹੇ ਹੋ ਸਕਦੇ ਆ ਕਿ ਜੋ ਮਾਈਕਰੋ ਪ੍ਰੋਸੈਸਰ ਦੇ ਨਾਲ ਸੀਰੀਅਲ ਇਨਪੁਟ ਕਮਿਊਨੀਕੇਸ਼ਨ ਜਾਂ ਕਹਿ ਲਓ ਕਿ ਸੀਰੀਅਲੀ ਡਾਟਾ ਟਰਾਂਸਮਿਸ਼ਨ ਕਰਨ ਵਿੱਚ ਕੈਪੇਬਲ ਹੋਣ। ਸਿਰਫ ਬੇਸਿਕਲੀ ਜਿਹੜਾ ਸਾਡਾ ਮਾਈਕਰੋ ਪ੍ਰੋਸੈਸਰ ਹੈ ਉਹਦੀ डाटा ट्रांसफर पैरेलल है, जी D0 to D7 असीं पिन्स देख रहे हैं। सो दीज आर पैरेलल डाटा ट्रांसफर। पर कोई अगर इदां दी डिवाइस हुई जिहड़ी
ਮਾਈਕਰੋ ਪ੍ਰੋਸੈਸਰ ਨੂੰ ਡਾਟਾ ਸੀਰੀਅਲੀ ਦੇ ਸਕਦੀ ਹੈ ਐਂਡ ਸੀਰੀਅਲੀ ਹੀ ਉਹ ਤੋਂ ਰਿਸੀਵ ਕਰ ਸਕਦੀ ਹੈ। ਉਹਦੇ ਵਾਸਤੇ ਦੋ ਪਿੰਨ ਨੇ, SID ਦਿਸ ਇਜ਼ ਸੀਰੀਅਲ ਇਨਪੁਟ ਡਾਟਾ ਐਂਡ SOD ਸੀਰੀਅਲ ਆਊਟਪੁੱਟ ਡਾਟਾ। ਜਿਹੜਾ ਮਾਈਕਰੋ ਪ੍ਰੋਸੈਸਰ ਹੈਗਾ ਉਹ SID ਕੀ ਕਰਦੀ ਹੈ, SID ਪਿੰਨ ਦਾ ਕੀ ਕੰਮ ਹੈਗਾ ਕਿ ਕੋਈ ਡਿਵਾਈਸ ਕੋਈ ਪੈਰੀਫेरल ਜਿਹੜੀ ਹੈਗੀ ਹੈ ਉਹ ਅਗਰ ਸੀਰੀਅਲੀ ਡਾਟਾ ਇਨਪੁਟਸ ਕਰਨਾ ਚਾਹੁੰਦੀ ਹੈ ਮਾਈਕਰੋ ਪ੍ਰੋਸੈਸਰ ਨੂੰ ਤਾਂ ਉਹ ਇਸ ਪਿੰਨ ਦੇ ਥਰੂ ਹੀ ਕਰ ਸਕਦੀ ਹੈ। SOD ਹੁਣ ਅਗਰ ਐਕਸਟਰਨਲ ਪੈਰੀਫेरल ਨੂੰ ਕੋਈ ਇਹੋ ਜਿਹੀ ਡਿਵਾਈਸ ਐਕਸਟਰਨਲ ਪੈਰੀਫेरल ਜਿਹੜੀ ਸਿਰਫ ਸੀਰੀਅਲ ਹੀ ਡਾਟਾ ਲੈ ਸਕਦੀ ਹੈ ਤਾਂ ਮਾਈਕਰੋ ਪ੍ਰੋਸੈਸਰ ਇਸ ਆਊਟਪੁੱਟ ਪਿੰਨ ਥਰੂ ਜਿਹੜਾ ਡਾਟਾ ਹੈਗਾ ਸੀਰੀਅਲੀ ਆਊਟਪੁੱਟ ਕਰੇਗਾ ਟੂਵਰਡਸ ਐਕਸਟਰਨਲ ਪੈਰੀਫेरल। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਇੰਟਰਪਟ ਦੀ, ਇੰਟਰਪਟ ਪਿੰਸ ਦੀ। ਤਾਂ ਪਹਿਲਾਂ ਸਭ ਤੋਂ ਪਹਿਲਾਂ ਡਿਸਕਸ ਕਰਨਾ ਪਊਗਾ ਇੰਟਰਪਟ ਕੀ ਹੁੰਦਾ, ਵਾਟ ਇਜ਼ ਮੀਨਿੰਗ ਆਫ ਇੰਟਰਪਟ। ਆਪਾਂ ਟੈਕਨੀਕਲੀ ਗੱਲ ਨਹੀਂ ਕਰਦੇ। ਇੰਟਰਪਟ ਦਾ ਮਤਲਬ ਕੀ ਹੈਗਾ ਕਿ ਕੋਈ ਨਾਰਮਲ ਐਗਜ਼ੀਕਿਊਸ਼ਨ ਕਰ ਰਿਹਾ ਤਾਂ ਉਹਨੂੰ ਉਹ ਨਾਰਮਲ ਐਗਜ਼ੀਕਿਊਸ਼ਨ ਤੋਂ ਰੋਕ ਕੇ ਕਿਸੇ ਹੋਰ ਸਬ ਪ੍ਰੋਗਰਾਮ ਵੱਲ ਲੈ ਕੇ ਜਾਣਾ, ਦੈਟ ਇਜ਼ ਕਾਲਡ ਇੰਟਰਪਟ। ਹੁਣ ਹੁੰਦਾ ਕੀ ਹੈ, ਫਾਰ ਐਗਜ਼ਾਮਪਲ ਜਦੋਂ ਇੰਟਰਪਟ ਆਉਂਦਾ, ਜਿਹੜਾ ਮਾਈਕਰੋ ਪ੍ਰੋਸੈਸਰ ਹੁੰਦਾ ਉਹ ਆਪਣਾ ਨਾਰਮਲ ਕੰਮ ਜਿਹੜਾ ਐਗਜ਼ੀਕਿਊਸ਼ਨ ਕਰ ਰਿਹਾ ਹੁੰਦਾ ਉਹਦਾ ਜਿਹੜਾ ਕਰੰਟ ਸਾਈਕਲ ਹੁੰਦਾ ਉਹਨੂੰ ਖ਼ਤਮ ਕਰਨ ਤੋਂ ਬਾਅਦ ਰੋਕ ਲੈਂਦਾ, ਰੋਕ ਕੇ ਉਹਦਾ ਐਡਰੈਸ ਜਿਹੜੀ ਨੈਕਸਟ ਇੰਸਟਰਕਸ਼ਨ ਐਗਜ਼ੀਕਿਊਟ ਹੋਣੀ ਸੀ ਉਹ ਸੇਵ ਕਰਦਾ ਐਂਡ ਜਿੱਥੇ ਕਾਲ ਹੋਈ ਸੀ ਉੱਥੇ ਜਾ ਕੇ ਜਿਹਨੇ ਇੰਟਰਪਟ ਕੀਤਾ ਸੀਗਾ ਉੱਥੇ ਪ੍ਰੋਸੈਸਿੰਗ ਕਰਨ ਤੋਂ ਬਾਅਦ ਵਾਪਸ ਆ ਕੇ ਪ੍ਰੋਗਰਾਮ ਐਗਜ਼ੀਕਿਊਟ ਕਰਨਾ ਸ਼ੁਰੂ ਕਰਦਾ ਜਿੱਥੋਂ ਛੱਡਿਆ ਗਿਆ ਸੀਗਾ। ਮੈਂ ਇੱਕ ਐਗਜ਼ਾਮਪਲ ਲੈਣਾ, ਫਾਰ ਐਗਜ਼ਾਮਪਲ ਕਿ ਅਗਰ ਕੋਈ ਲੈਕਚਰਰ ਕਲਾਸ ਦੇ ਵਿੱਚ ਲੈਕਚਰ ਦੇ ਰਿਹਾ, ਕੋਈ ਟੌਪਿਕ ਪੜ੍ਹਾ ਰਿਹਾ ਹੈਗਾ ਤਾਂ ਇਨ ਬਿਟਵੀਨ ਪ੍ਰਿੰਸੀਪਲ ਜਾਂ ਕੋਈ ਹੋਰ ਹਾਇਰ ਅਥਾਰਟੀ ਉਹਨੂੰ ਕਾਲ ਕਰ ਲੈਂਦੇ ਆ ਤਾਂ ਉਹ ਕੀ ਕਰੇਗਾ, ਬੇਸਿਕਲੀ ਦੈਟ ਇਜ਼ ਕਾਲਡ ਇੰਟਰਪਟ। ਕਿ ਉਹਦੀ ਨਾਰਮਲ ਐਗਜ਼ੀਕਿਊਸ਼ਨ ਉਸ ਬੰਦੇ ਦੀ ਕੀ ਸੀ, ਉਸ ਟੀਚਰ ਦੀ ਕੀ ਸੀ, ਪੜ੍ਹਾਉਣਾ ਉਹ ਪੜ੍ਹਾ ਰਿਹਾ ਸੀ, ਪਰ ਇਨ ਬਿਟਵੀਨ ਕਿਸੇ ਹਾਇਰ ਅਥਾਰਟੀ ਨੇ, ਪ੍ਰਿੰਸੀਪਲ ਨੇ ਜਾਂ ਕਿਸੇ ਹਾਇਰ ਅਥਾਰਟੀ ਨੇ ਇੰਟਰਪਟ ਕਰ ਦਿੱਤਾ, ਬੁਲਾ ਲਿਆ, PN ਨੂੰ ਭੇਜ ਕੇ ਬੁਲਾ ਲਿਆ ਕਿ ਸਮਨ ਇਜ਼ ਕਾਲਿੰਗ ਯੂ, ਇਹ ਪ੍ਰਿੰਸੀਪਲ ਨੇ ਬੁਲਾਇਆ ਕਿ ਕਿਸੇ ਨੇ ਬੁਲਾਇਆ। ਉਹ ਟੀਚਰ ਕੀ ਕਰੇਗਾ, ਉਹ ਆਪਣੇ ਨੋਟਸ 'ਤੇ ਬੇਸਿਕਲੀ ਕੀ ਹੁੰਦਾ ਪੜ੍ਹਾ ਰਿਹਾ ਹੈਗਾ, ਲੈਟ ਅਸ ਸਪੋਜ਼ ਉਹ 5 ਪੇਜਿਸ ਦੇ ਨੋਟਸ ਬਣਾ ਕੇ ਲੈ ਕੇ ਆਇਆ ਸੀਗਾ ਤਾਂ ਪੇਜ ਨੰਬਰ 5 ਤੇ ਪਹੁੰਚਿਆ ਸੀ, ਉਹਨੇ ਪੇਜ ਨੰਬਰ 5 ਨੂੰ ਕੀ ਕੀਤਾ, ਫੋਲਡ। ਦੈਟ ਇਜ਼ ਸੇਵਿੰਗ ਆਫ ਐਡਰੈਸ। ਜਿਹੜੀ ਉਹ ਲਾਈਨ ਪੜ੍ਹਾ ਰਿਹਾ ਸੀ, ਲਾਈਨ ਪੜ੍ਹਾਉਣ ਤੋਂ ਬਾਅਦ ਉਹਨੇ ਖ਼ਤਮ ਕਰਤਾ। ਇੱਦਾਂ ਹੀ ਉਹ ਜਿਹੜਾ ਕਰੰਟ ਸਾਈਕਲ ਕਰ ਰਿਹਾ ਹੁੰਦਾ ਮਾਈਕਰੋ ਪ੍ਰੋਸੈਸਰ ਉਹਨੂੰ ਖ਼ਤਮ ਕਰ ਦਿੰਦਾ ਐਂਡ ਸੇਵ ਕਰਦਾ ਕੰਟੈਂਟਸ ਅਗਲੀ ਇੰਸਟਰਕਸ਼ਨ ਦੇ। ਸਿਮਿਲਰਲੀ ਦੇਖੋ ਹਰ ਕੁਛ ਜਿਹੜਾ ਹੈਗਾ ਉਹ ਹਿਊਮਨ ਤੋਂ ਹੀ ਸਿੱਖਿਆ ਗਿਆ। ਹਿਊਮਨ ਨੇ ਅਸੀਂ ਕੀ ਕਰਾਂਗੇ, ਉਹ ਜਿੱਥੋਂ ਅਸੀਂ ਪੜ੍ਹਾ ਰਹੇ ਸੀ ਉਹਨੂੰ ਸੇਵ ਕਰ ਦਿਆਂਗੇ, ਫੋਲਡ ਕਰ ਦਿਆਂਗੇ ਪੇਜ ਜਾਂ ਕੋਈ ਟਿਕ ਕਰ ਦਿਆਂਗੇ ਐਂਡ ਉਸ ਤੋਂ ਬਾਅਦ ਚਲੇ ਜਾਵਾਂਗੇ ਜਾ ਕੇ ਜਿਹਨੂੰ ਵੀ ਜਿੰਨੇ ਵੀ ਸੱਦਿਆ ਸੀਗਾ, ਜਿਹੜੀ ਵੀ ਹਾਇਰ ਅਥਾਰਟੀ ਨੂੰ ਸੱਦਿਆ ਸੀ ਉਹਦਾ ਕੰਮ ਕਰਨ ਤੋਂ ਬਾਅਦ ਵੀ ਵਿਲ ਕਮ ਬੈਕ ਟੂ ਦ ਕਲਾਸ। ਉਹ ਜਦੋਂ ਹੀ ਅਸੀਂ ਕਲਾਸ 'ਚ ਆਵਾਂਗੇ, ਜਿਹੜਾ ਵੀ ਟੀਚਰ ਕੰਸਰਨ ਹੋਏਗਾ ਉਹ ਕਲਾਸ 'ਚ ਆਊਗਾ, ਉਹ ਦੁਬਾਰਾ ਉੱਥੋਂ ਹੀ ਸਟਾਰਟ ਕਰੂਗਾ ਜਿੱਥੋਂ ਛੱਡ ਕੇ ਗਿਆ ਸੀ। ਸੋ ਸੇਮ ਮਾਈਕਰੋ ਪ੍ਰੋਸੈਸਰ ਕਰਦਾ ਹੈਗਾ। ਅਗਰ ਉਹਨੂੰ ਕੋਈ ਇੰਟਰਪਟ ਆ ਜਾਂਦਾ ਤਾਂ ਉਹ ਕੀ ਕਰਦਾ, ਉਹ ਆਪਣਾ ਜਿਹੜਾ ਨਾਰਮਲ ਐਗਜ਼ੀਕਿਊਸ਼ਨ ਕਰ ਰਿਹਾ ਹੁੰਦਾ, ਕਰੰਟ ਸਾਈਕਲ ਆਪਣਾ ਖ਼ਤਮ ਕਰਨ ਤੋਂ ਬਾਅਦ ਜਿੱਥੇ ਕਾਲ ਹੋਈ ਸੀ ਉੱਥੇ ਜਾਂਦਾ ਹੈ, ਉਹਦਾ ਕੰਮ ਕਰਦਾ ਹੈ, ਠੀਕ ਹੈ, ਕਿਸੇ ਐਕਸਟਰਨਲ ਪੈਰੀਫेरल ਨੇ ਕੀਤੀ ਜਾਂ ਕਿਸੇ ਨੇ, ਐਂਡ ਵਾਪਸ ਆ ਕੇ ਮਤਲਬ ਜਿਹੜਾ ਨਵਾਂ ਪ੍ਰੋਗਰਾਮ ਸੀ ਉਹਨੂੰ ਐਗਜ਼ੀਕਿਊਟ ਕਰਨ ਤੋਂ ਬਾਅਦ ਵਾਪਸ ਬੈਕ ਟੂ ਦਾ ਪ੍ਰੀਵੀਅਸ ਪ੍ਰੋਗਰਾਮ ਆਉਂਦਾ, ਪੁਰਾਣੇ ਪ੍ਰੋਗਰਾਮ 'ਚ ਆ ਕੇ ਉਹਨੂੰ ਖ਼ਤਮ ਕਰਨਾ। ਸੋ ਸਾਡੇ ਕੋਲ ਬੇਸਿਕਲੀ 5 ਇੰਟਰਪਟ ਹੈਗੇ ਆ, INTR, RST ਸਬ 5.5, 6.5, 7.5 ਐਂਡ ਟਰੈਪ। ਜਿਹੜਾ ਇਹ 'ਚ ਦੇਖੋ ਬੇਸਿਕਲੀ ਟਰੈਪ ਦੀ ਜਿਹੜੀ ਪ੍ਰਾਇਓਰਿਟੀ ਹਾਈਐਸਟ ਹੈ, ਠੀਕ ਹੈ। ਉਸ ਤੋਂ ਬਾਅਦ ਜਿਹੜੀ ਲੋਐਸਟ ਪ੍ਰਾਇਓਰਿਟੀ ਕਹਿ ਲਓ ਉਹ INTR ਦੀ ਹੈਗੀ ਹੈ। ਦੈਨ ਉਸ ਤੋਂ ਬਾਅਦ RST 5.5, 6.5 ਐਂਡ 7.5। ਸੋ ਪ੍ਰਾਇਓਰਿਟੀ ਦਾ ਕੀ ਮਤਲਬ ਹੈ ਇਹ ਵੀ ਆਪਾਂ ਡਿਸਕਸ ਕਰਾਂਗੇ। ਸੋ ਦੀਜ਼ ਆਰ ਬੇਸਿਕਲੀ ਇੰਟਰਪਟਸ।
इदां हुणे आपां डिस्कस कीता कि ट्रैप की हैगा। ट्रैप की प्रायोरिटी हाईएस्ट है, ठीक है। ये डिसेबल भी नहीं हुंदा, अगर एक बार आ गया तो डिसेबल चल पिया तो डिसेबल नहीं होएगा, ठीक है। इनू इसे करके नॉन मास्केबल कहते हैं। तो एक होर हैगा कि ये यूजली मतलब पावर फेलियर एंड एमरजेंसी शट ऑफ वास्ते यूज़ किया जाता। दैन RST 7.5 हैगा। RST 7.5 जिहड़ा है वो दी प्रायोरिटी जिहड़ी है वो सैकेंड हाईएस्ट प्रायोरिटी है, तो ये भी एक तरह का जिहड़ा ये इंटरप्ट हैगा। उस तो बाद 6.5 है, यदी थर्ड हाईएस्ट प्रायोरिटी हैगी है। एंड 5.5 हैगा, यदी फोर्थ हाईएस्ट प्रायोरिटी है। दैन INTR है, ये भी मास्केबल है, दी लोएस्ट प्रायोरिटी। उस तो बाद जो सिग्नल है INTA, दिस इज आउटपुट सिग्नल। तुम देखो कि सारे इंटरप्ट इनपुट हैगा, बट ये आउटपुट है। ये हैगा इंटरप्ट एक्नॉलेजमेंट, ये इंटरप्ट एक्नॉलेज कह लो, ये आउटगोइंग सिग्नल है। बेसिकली की हैगा कि माइक्रो प्रोसैसर को जदों ही इंटरप्ट रिक्वेस्ट आती है किसी, फॉर एग्जांपल किसी पेरीफेरल ने INTR सिग्नल पिन के उत्ते रिक्वेस्ट की कि आई नीड माइक्रो प्रोसैसर या कुछ भी, उस तो बाद उस डिवाइस नू एक हाई सिग्नल जाएगा उस तो एक्टिव सिग्नल जाएगा, एक्टिव लो सिग्नल हैगा, एक्टिव लो सिग्नल जाएगा INTA दे थ्रू, दैट इज इंटरप्ट एक्नॉलेजमेंट कि यस आई रिसीव। माइक्रो प्रोसैसर वो कहना कि चाहता, स्टेटस की होंदा कि यस आई रिसीव्ड योर सिग्नल फॉर इंटरप्ट, नाउ आई विल गिव यू द कंट्रोल ऑफ माइक्रो प्रोसैसर। बेसिकली की हैगा कि इंटरप्ट आने तो बाद ही इंटरप्ट एक्नॉलेजमेंट देती जाती है कि तुहाडा रिक्वेस्ट आ गई हैगी है, तो तुहानू जिहड़ा रिसोर्सिस देते जाओगे। उस तो बाद हैगा AD0 to AD7, ये बाई डायरैक्शनल बस है, बाई डायरैक्शनल पिन हैगी, सॉरी, जिहड़ी इहदे ते की हैगा, इत्ते एड्रैस भी जांदा एंड डेटा भी जांदा है। तो फस्ट क्लॉक दे विच ये एज जिहड़ा हैगा एड्रैस बस की तरह काम करती हैगी है, ठीक है। बाकी जिहड़ा जिन्ने क्लॉक साइकिल बचणगे उहदे विच ये डाटा बस की तरह काम करेगी। ये बाई डायरैक्शनल हैगी है बस। बाई डायरैक्शनल क्यों हैगा, डाटा जिहड़ा वो मैमरी तो माइक्रो प्रोसैसर वाल जा सकदा है, माइक्रो प्रोसैसर तो मैमरी वाल भी जा सकदा। उस तो बाद A8 to A15, ये जिहड़ा साडा एड्रैस दा हायर ऑर्डर हैगा MSBs ने उहनूं कैरी करता, ठीक है। ये उत्ते यूनी डायरैक्शनल है, एक ही डायरैक्शन आउटपुट। ये बेसिकली कि माइक्रो प्रोसैसर तो मैमरी वाल ही डेटा एड्रैस जाएगा। उस तो बाद जो सिग्नल हैगा दैट इज ALE, इट इज़ एड्रैस लैच इनेबल। ये हुणे आपां डिस्कस की सी गल कि ये जिहड़ी AD0 to AD7 हैगा, इहदे च डाटा भी जाता एंड एड्रैस भी जाता। हुण जिहड़ा ALE हैगा ये की करदा, ये डिफरेंशिएट करदा, ये सिग्नल डिफरेंशिएट करदा कि जिहड़ी साडी वो बस है वो एज एड्रैस बस यूज़ हो रही है और डाटा बस यूज़ हो रही है। अगर ALE की वैल्यू 1 है, अगर ALE की वैल्यू 1 है तो जिहड़ी वो बस हैगी वो एज एड्रैस बस यूज़ हो रही है। अगर ALE की वैल्यू 0 हैगी है तो वो पिन्स जिहड़ियां या बस कह लो वो डाटा बस की तरह यूज़ हो रही है। उस तो बाद हैगा दो पिन्स ने S1 एंड S0, दीज आर स्टेटस पिन्स की करंटली जिहड़ा ऑपरेशन प्रोग्रेस च हैगा उहदे बारे दसदा। अगर दोनों की वैल्यू नॉट है 0 हैगी है दैट मीनस हॉल्ट होया है। अगर S0 की वैल्यू 0 हैगी, S1 की वैल्यू 1 है दैट मीनस इट इज़ इन राइट मोड।
अगर S1 की वैल्यू 1 हैगी है, सॉरी S0 की वैल्यू 1 हैगी है, S1 की वैल्यू 0 हैगी है, तो रीड मोड है, यानी डाटा इज़ बीइंग रेड। उस तो बाद अगर दोनों स्टेटस ਜਿਹੜੇ सिग्नल्स है उन्होंने वैल्यू 1 हैगी है, तो दैट मीनस ਜਿਹੜਾ मैमरी चो ऑप कोड फैच हो रहा। ऑप कोड मतलब इंस्ट्रक्शन रीड तो ऑप कोड। देखो फैच तो रीड दे विच तुसीं सोचोगे कि कोई चीज़ का फैच भी लेना रीड भी लेना, नहीं। रीड असी डाटा वास्ते यूज़ करते हैं, फैच मतलब इंस्ट्रक्शन वास्ते यूज़ करते हैं। उस तो बाद है IO/M। सो अगर ये जिहड़ा साडा सिग्नल हैगा अगर 1 हैगा तो साडा जिहड़ा इनपुट आउटपुट ऑपरेशन परफॉर्म हो रहा, अगर ये 0 आ तो मैमरी ते ऑपरेशन परफॉर्म हो रहा है। सो मतलब ये पिन दसदी हैगी है कि ऑपरेशन जिहड़ा परफॉर्म हो रहा वो इनपुट आउटपुट डिवाइस ते हो रहा या मैमरी दे उत्ते हो रहा है। उस तो बाद रीड ऑपरेशन हैगा, तो यह भी एक्टिव लो सिग्नल हैगा। ये की करता है, इट इज़ अ कंट्रोल सिग्नल यूज्ड फॉर रीड ऑपरेशन आइदर फ्रॉम मेमोरी और इनपुट आउटपुट डिवाइस। मतलब कि रीड तो हो रहा चाहे वो मेमोरी तो हो रहा चाहे वो IO डिवाइस तो हो रहा, बट ऑपरेशन किहड़ा हो रहा रीड। राइट ऑपरेशन राइट पिन हैगी है, यह भी एक्टिव लो हैगी है। इसका मतलब अगर एक्टिव हैगी है दैट मीनस कि राइटिंग हो रही हैगी है, मैमरी हो रही है या IO डिवाइस दे विच हो रही हैगी है, दैट मीनस राइटिंग हो रही है, डाटा सेव हो रहा उत्थे। रेडी बेसिकली इट इज़ इनपुट सिग्नल है। देखो डायग्राम हुण जिहड़ियां पैरीफेरल डिवाइसिस होंदियां वो स्लोअर होंदियां एज कंपेयर टू माइक्रो प्रोसैसर। सो दोनों के विच कम्युनिकेशन करनी है तो दोनों की स्पीड नूं मैच कराना पऊगा किसी तरीके। तो वो वास्ते रेडी सिग्नल हैगा। बेसिकली काम की हैगा, ये दोनों डिवाइस जिहड़ी माइक्रो प्रोसैसर हैगा तो साडा पैरीफेरल है, ਉਹਦੇ ਵਿੱਚ सिंक्रोनाइजेशन कराउणी। जिद्दां ये बेसिकली की है कि ਜਦੋਂ ਇਹ सिग्नल हाई हो जाएगा रेडी 1 हो जाएगा, दैट मीनस उस टाइम माइक्रो प्रोसैसर एंड डिवाइस आपस में कम्यूनीकेट कर सकते हैं। ਜਦੋਂ ਇਹ 0 रहेगा तो माइक्रो प्रोसैसर वेट करेगा डिवाइस दे नाल, पैरीफेरल डिवाइस दे नाल कम्यूनीकेशन करन लई। दैट इज़ कॉल्ड वेट स्टेट। मतलब जिन्ना चਿਰ 0 हैगा वो वेट स्टेट च रहेगा माइक्रो प्रोसैसर कम्यूनीकेशन करन दे लई। उस तो बाद हैगा होल्ड। ये भी इनपुट सिग्नल है, अगर तुसीं देखो तो इनपुट सिग्नल है। सो अगर होल्ड की हैगा कि जदों डिवाइसिस DMA बेसिकली की हैगी है, DMA रिक्वेस्ट आती हैगी है, होल्ड ते आएगी। तो जिद्दां ही ये रिक्वेस्ट होल्ड आई माइक्रो प्रोसैसर नूं मिली, माइक्रो प्रोसैसर ने रिक्वेस्ट लैन तो बाद होल्ड एक्नॉलेजमेंट सिग्नल भेज देना, दैट इज़ HLDA। ठीक है जी। देखो होल्ड पिन इज़ यूज टू रिक्वेस्ट द माइक्रो प्रोसैसर फॉर DMA ट्रांसफ़र। मतलब कि अगर DMA ट्रांसफ़र वास्ते रिक्वेस्ट जी हैगी होल्ड पिन के उत्ते आनी है, तो जो ये पिन हाई होएगी तो वह मतलब की हैगा कि बसिस की रिक्वेस्ट आई हैगी है। तो जो ये रिक्वेस्ट आ गई माइक्रो प्रोसैसर ने थ्रू HLDA आउटपुट हैगा सिग्नल वापस कर देना कि मैनू तुहाडी रिक्वेस्ट मिल गई है एंड तुहानू बसिस का कंट्रोल मिल जाएगा। दिस इज HLDA होल्ड एक्नॉलेजमेंट। HLDA स्टैंड्स फॉर होल्ड एक्नॉलेजमेंट। जो जिहड़ा लास्ट साडा हैगा पिन्स दैट इज़ VSS एंड VCC। तो जिहड़ा 5 वोल्ट साडे प्रोसैसर नूं चलण वास्ते चाहिए हैगे करंट, एंड
ਉਸ ਤੋਂ ਬਾਅਦ ਜਿਹੜੀ VSS ਅਰਥਿੰਗ ਹਰ ਇੱਕ ਇਲੈਕਟ੍ਰੋਨਿਕ ਕੰਪੋਨੈਂਟ ਨੂੰ ਕੀਤੀ ਹੋਣੀ ਚਾਹੀਦੀ ਹੈ, ਸਾਨੂੰ ਪਤਾ। ਤੋ VSS ਇਜ਼ ਅਰਥਿੰਗ। ਸੋ ਥੈਂਕ ਯੂ ਜੀ। ਬੜਾ ਇੰਪੋਰਟੈਂਟ ਕੁਐਸਚਨ ਹੈਗਾ, ਹਰ ਵਾਰ ਪੇਪਰ 'ਚ ਆਉਂਦਾ ਹੈ। ਅਗਰ ਕਿਸੇ ਨੂੰ ਕੋਈ ਕਿਸੇ ਵੀ ਤਰ੍ਹਾਂ ਦਾ ਡਾਊਟ ਹੈਗਾ, ਉਹ ਮੈਨੂੰ ਬਾਏ ਟੈਲੀਫੋਨ ਜਾਂ ਕਮੈਂਟ ਦੇ ਵਿੱਚ ਪੁੱਛ ਸਕਦਾ।